ਸ਼ਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਣੈ ਸਰਬ ਵਿਚਾਰ। ਸੱਚਾ ਤੇਰਾ ਅਮਰੇ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ। ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਧ ਆਖੈ ਲੱਖ ਕਰੋੜ। ਸੱਚੇ ਸਭ ਤਾਣ ਸੱਚੇ ਸਭ ਜੋਰ, ਸੱਚੀ ਤੇਰੀ ਸਿਫਤ ਸੱਚੀ ਸਾਲਾ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਨਾਨਕ ਸੱਚੇ ਧਿਆਇਨ ਸੱਚੇ, ਜੋ ਮਰ ਜਮੇ ਸੋ ਕਚ ਨਿਕਚੇ। ਮੱਲਾ ਪਹਿਲਾ। ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਜਾਣੇ ਚਲ ਥਾਉ, ਵੱਡੀ ਵਡਿਆਈ ਜਾਣੇ ਆਲਾਓ, ਵੱਡੀ ਵਡਿਆਈ ਬੁਝੇ ਸਭ ਭਾਉ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ। ਨਾਨਕ ਕਾਰ ਨ ਕਥਨੀ ਜਾਏ, ਕੀਤਾ ਕਰਣਾ ਸਰਬ ਰਜਾਏ। ਆਸਾ ਦੀਵਾਰ ਦੇ ਇਸ ਦੂਸਰੀ ਪੌੜੀ ਦੇ ਨਾਲ 3 ਸ਼ਲੋਕ ਨੇ। 2 ਪਹਿਲੇ ਪਾਤਸ਼ਾਹ ਜੀ ਦੇ ਤੇ 1 ਸ਼ਲੋਕ ਦੂਜੇ ਪਾਤਸ਼ਾਹ ਜੀ ਦਾ। ਪਹਿਲੇ ਸ਼ਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਫਰਮਾਨ ਕਰ ਰਹੇ ਨੇ, ਉਹ ਦੱਸਦੇ ਨੇ ਸਭ ਪਸਾਰਾ ਸੱਚ ਦਾ ਹੈ, ਪਸਾਰੇ ਵਿੱਚ ਸੱਚ ਹੈ ਤੇ ਸਾਰਾ ਪਸਾਰਾ ਸੱਚ ਹੈ। ਜਿਸ ਦੇ ਵਿੱਚ ਕੋਈ ਤਰੁਟੀ ਨਹੀਂ, ਜਿਸ ਦੇ ਵਿੱਚ ਕੋਈ ਖਾਮੀ ਨਹੀਂ, ਜਿਸ ਦੇ ਵਿੱਚ ਵਧਾਣ ਘਟਾਣ ਦੀ ਕੋਈ ਲੋੜ ਨਹੀਂ, ਐਸਾ ਉਸ ਸੱਚੇ ਦਾ ਸੱਚਾ ਪਸਾਰਾ ਹੈ ਜਿਹਦੇ ਵਿੱਚ ਭੁੱਲ ਲੱਭਣੀ ਬੜੀ ਕਠਿਨ ਹੈ। ਗੁਰੂ ਨਾਨਕ ਦੀ ਦ੍ਰਿਸ਼ਟੀ ਦੇ ਵਿੱਚ ਜੋ ਸੱਚ ਹੈ, ਉਸ ਤੋਂ ਜੋ ਕੁਝ ਬਣਦਾ ਹੈ ਉਹ ਵੀ ਸੱਚ ਹੈ। ਭਾਵ ਉਸ ਦੇ ਵਿੱਚ ਭੁੱਲ ਕੱਢਣੀ ਔਖੀ ਹੈ। ਕੀ ਕੁਝ ਉਸ ਸੱਚ ਤੋਂ ਬਣਿਆ ਹੈ ਤੇ ਸੱਚ ਦੇ ਵਿੱਚ ਕਿਵੇਂ ਉਹ ਸੱਚ ਰਮਿਆ ਹੋਇਆ ਹੈ, ਇਹ ਇਸ ਸ਼ਲੋਕ ਦੇ ਵਿੱਚ ਸਾਹਿਬ ਇੰਝ ਫਰਮਾਨ ਕਰਦੇ ਨੇ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ ਸੱਚੇ ਆਕਾਰ। ਜਿਤਨੇ ਜ਼ਮੀਨ ਦੇ ਟੁਕੜੇ ਨੇ, ਇਹਦੀ ਬਣਤਰ ਤੂੰ ਸੱਚ ਤੇ ਰੱਖੀ ਹੈ, ਔਰ तमाम ਬ੍ਰਹਮੰਡ ਇਹਨਾਂ ਦੀ ਬਣਤਰ ਵੀ ਸੱਚ ਤੇ ਹੈ। ਤੇ हे ਪ੍ਰਭੂ, ਤੂੰ ਇਸ ਬ੍ਰਹਮੰਡ ਦੇ ਵਿੱਚ ਆਪ ਹੈ, ਇਹਨਾਂ ਖੰਡਾਂ ਦੇ ਵਿੱਚ ਆਪ ਹੈ। ਸੱਚ ਦੀ ਹੋਂਦ ਜਿਸ ਜਿਸ ਨਾਲ ਜੁੜੇ ਉਹ ਸੱਚ ਹੈ, ਤੇ ਸੱਚ ਤੋਂ ਜੋ ਕੁਝ ਪ੍ਰਗਟ ਹੋਵੇ ਉਹ ਸੱਚ ਹੈ। ਜੋ ਝੂਠ ਹੈ, ਉਸ ਤੋਂ ਜੋ ਕੁਝ ਬਣਦਾ ਹੈ ਉਹ ਵੀ ਝੂਠ ਹੈ। ਭਾਵ ਨਾਸਵੰਤ ਹੈ। ਕਿਆ ਇਹ ਸੰਸਾਰ, ਇਹ ਖੰਡ ਬ੍ਰਹਮੰਡ ਨਾਸਵੰਤ ਨਹੀਂ, ਇਹ ਪਰਿਵਰਤਨਸ਼ੀਲ ਨੇ, ਨਾਸਵੰਤ ਨਹੀਂ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੰਝ ਫਰਮਾਨ ਕਰਦੇ ਨੇ, ਨਾ ਘਾਟ ਹੈ ਨਾ ਬਾਦ ਹੈ, ਨਾ ਘਾਟ ਬਾਦ ਹੋਤ ਹੈ। ਅੱਜ ਵਿਗਿਆਨ ਨੇ ਇਸ ਗੱਲ ਦੀ ਤਸਦੀਕ ਕਰ ਦਿੱਤੀ ਹੈ ਕਿ ਜਿਤਨਾ ਜਲ ਸਿਰਜਣ ਦੇ ਆਦ ਕਾਲ ਵਿੱਚ ਸੀ, ਜਲ ਉਤਨਾ ਹੀ ਹੈ, ਇੱਕ ਬੂੰਦ ਵੀ ਘਟੀ ਨਹੀਂ ਹੈ। ਰੇਤ ਦਾ ਇੱਕ ਜ਼ਰਰਾ ਵੀ ਪ੍ਰਕਿਰਤੀ ਵਿੱਚੋਂ ਘਟਿਆ ਨਹੀਂ ਹੈ ਤੇ ਵਧਿਆ ਨਹੀਂ ਹੈ। ਨਾ ਘਾਟ ਹੈ ਨਾ ਬਾਦ ਹੈ, ਨਾ ਘਾਟ ਬਾਦ ਹੋਤ ਹੈ। ਰੇਤ ਦੇ ਜ਼ਰਰੇ ਪੱਥਰਾਂ ਦੇ ਟੀਲੇ ਬਣ ਪਹਾੜ ਬਣਦੇ ਰਹਿੰਦੇ ਨੇ, ਪਹਾੜ ਖਿਰ ਖਿਰ ਕੇ ਰੇਤ ਬਣਦੇ ਰਹਿੰਦੇ ਨੇ। ਪਾਣੀ ਉੱਡ ਕੇ ਭਾਪ ਬਣਦਾ ਰਹਿੰਦਾ ਹੈ,
भाप बरखा होके बर्फ बनती रहती है, बर्फ बिर पिघल के पानी बनती है, सागर दे समांदी है। ये सब परिवर्तन ते है, लेकिन पानी की एक बूंद नष्ट नहीं आती, घटती नहीं, वधदी नहीं। रेत का एक जर्रा भी ना घटदा है ना वधदा है। ये सारे दा सारा जगत परिवर्तनशील है, और ये भी उस सच्चे दी एक सच्ची लीला है, तब्दीली, पलटा। सतगुरुदेव जी महाराज अगां चल के कहंदे ने, सच्चे तेरे लो सच्चे आकार। तू जितने लोक बनाए, जिथे जीव वसते ने, वो लोक भी सच्चे ने, ते जितने आकार ने, जितने वजूद ने, वो भी सच है। तू हाथी दा शरीर बनाया, तू कीड़ी दा शरीर बनाया, और इन्हां दो शरीरां दे विच भुल लभनी बहुत कठिन है, और तेरी बनतर नूं दाद देनी पैंदी है कि हे सच, तू किवें सच दी कसवटी ते हर एक चीज नूं घड़िया है, हर एक चीज नूं बनाया है। तो तू तमाम लोक जो बनाए ने वो भी सच दी मूर्ति ने, और जितने आकार ने ये भी टिके हुए ने, ये भी सच्चे ने। इन्हां विच भी भुल लभनी बड़ी कठिन है। सच्चे तेरे करने सर्ब विचार। हे प्रभु, जितने भी तेरे करने ने, जितनी भी तेरी कृत है, ये सब सच है, सब ठीक है, सब अस्थिर है। सिर्फ परिवर्तनशील है, उन अस्थिर है, और इस विच भुल लभनी, त्रुटि लभनी कठिन है। हे प्रभु, तेरे जितने विचार ने, तेरे जितने फुरने ने, वो भी सच ने। तेरे अंदरों एक भी फुरना गलत नहीं निकलता, तेरे अंदरों एक भी फुरना झूठा नहीं निकलता, एक भी फुरना तेरा मिथ्या नहीं। तेरे तमाम फुरने सच्चे ने, तेरे तमाम विचार सच्चे ने। सच्चा तेरा अमर सचा दीवान। तेरा जो हुक्म है ये भी सच्चा है। दरअसल जो सच्चा है उदी गल सच्ची है, जो सच्चा है उदा हुक्म सच्चा है, जो झूठा है उदा हुक्म भी झूठा है। जो अज है ते कल नहीं, वो हुक्म भी अज है ते कल नहीं, ये ते झूठ हो गया। तू सदैवी है, तू सच है, तू हमेशा है, तू अस्थिर है, लिहाजा तेरा हुक्म भी सच्चा है, तेरा दीवान भी सच्चा है। अज जिन्हां दियां महफिलां लगदियां ने, कल उत्थे उजाड़ा होंदियां ने, उन्हां दियां महफिलां सुनियां पै जांदियां ने। नहीं, तेरा दीवान भी सच्चा है, तेरी महफिल भी सच्ची है। सच्चा तेरा हुक्म सचा फुरमान। हे प्रभु, तेरा फरमान, तेरा हुक्म ये सच्चा है, क्यों कि तेरा राजपाठ, तेरा दीवान सच्चा है। तू किसे थां भी भुल नहीं करदा, करता आप ना भुले। ये गल वखरी है कि भुले होयां नूं करते पुरख दे च भुल्लां दिखाई देन, भुली हुई मत नूं करते पुरख दे च त्रुटियां दिखाई देन। पर साहिब कहंदे नहीं, ओ साडी भुली हुई मत दा कसूर है, तेरा कसूर नहीं। तू ते सच है, तेरा दीवान सच्चा, तेरा राजपाठ सच्चा, तेरा सच्चा, तेरा फरमान सच्चा। सच्चा तेरा कर्म सच्चा निशान। हे प्रभु, तेरी बख्शिश, तू जो भी बख्शिश करदा है वास्तविक करदा है, हकीकी करदा है, सच दे आधार ते करदा है, और अमिट है। तेरी बख्शिश अमिट है, जिवें तू अमिट है तेरी बख्शिश भी अमिट है, सदैवी है। और तेरी बख्शिश दा निशान भी सच्चा है। भाव तेरी बख्शिश दा जो प्रगटावा होंदा है वो वास्तविक है। दरअसल किसी ने बख्शिश ते थोड़ी कीती है, तो उदी बख्शिश दा प्रगटावा बहुत ज्यादा होवे तो वो निशान ते झूठा है। दान थोड़ा है, प्रगटावा बहुत है, ये ते झूठा निशान है। पर दान पहाड़ा जितना है,
ਤੇ ਪ੍ਰਗਟਾਵਾ ਤਿਲ ਜਿਤਨਾ ਵੀ ਨਹੀਂ। ਵੱਡਾ ਦਾਤਾ ਤਿਲ ਨਾ ਤਮਾਏ। ਪਹਾੜਾਂ ਜਿਤਨਾ ਦਾਨ ਦੇ ਕੇ ਜੀਵਾਂ ਦੀ ਝੋਲੀ ਵਿੱਚ ਪਾ ਕੇ ਤੂੰ ਤਿਲ ਜਿਤਨੀ ਵੀ ਤਮਾ ਨਹੀਂ ਰੱਖਦਾ। ਤੂੰ ਤਿਲ ਜਿਤਨਾ ਵੀ ਅਹਿਸਾਨ ਜਤਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਤੂੰ ਤਿਲ ਜਿਤਨਾ ਵੀ ਉਸ ਦੇ ਬਦਲੇ ਵਿੱਚ ਮੰਗ ਨਹੀਂ ਰੱਖਦਾ। ਇਸ ਵਾਸਤੇ ਤੇਰੀ ਬਖਸ਼ਿਸ਼ ਸੱਚੀ, ਤੇਰੀ ਦੇਣ ਸੱਚੀ, ਤੇਰਾ ਦਾਨ ਸੱਚਾ। ਸੱਚੇ ਤੁਧ ਆਖੈਂ ਲੱਖ ਕਰੋੜ, ਸੱਚੇ ਸਭ ਤਾਣ, ਸੱਚੇ ਸਭ ਜੋੜ। हे ਸੱਚੇ, ਤੈਨੂੰ ਆਖ ਰਹੇ ਨੇ ਸੱਚ ਕਈ ਲੱਖਾਂ ਕਈ ਕਰੋੜਾਂ। ਅਨੰਤ ਜੀਵ ਤੇਰੀ ਉਸਤਤੀ ਕਰ ਰਹੇ ਨੇ ਔਰ ਉਸਤਤੀ ਦੇ ਵਿੱਚ ਕਹਿੰਦੇ ਨੇ ਤੂੰ ਸੱਚਾ ਹੈ, ਤੇਰੀ ਕ੍ਰਿਤ ਸੱਚੀ ਹੈ। ਔਰ ਇਸ ਵਾਸਤੇ ਜਿੱਥੇ ਬੈਠ ਕੇ ਤੇਰੀ ਗੱਲ ਹੋਵੇ, ਤੇਰੀ ਚਰਚਾ ਹੋਵੇ, ਉਹਨੂੰ ਕਹਿ ਦਿੱਤਾ ਜਾਂਦਾ ਹੈ ਸਤ ਸੰਗ। ਉਹਨਾਂ ਪੁਰਸ਼ਾਂ ਦਾ ਸੰਗ ਜੋ ਸਤ ਦੀ ਸੰਗਤ ਕਰਨ ਆਏ ਨੇ, ਉਹਨਾਂ ਪੁਰਖਾਂ ਦਾ ਸਮੂਹ ਇਕੱਠ ਜੋ ਸਤ ਦੀ ਸੰਗਤ ਕਰਨ ਆਏ ਨੇ। ਤੂੰ ਤੇ ਸਤ ਹੈ, ਤੂੰ ਤੇ ਸੱਚ ਹੈ। ਤੋ ਸਾਹਿਬ ਕਹਿੰਦੇ ਨੇ हे ਸੱਚੇ, ਤੈਨੂੰ ਲੱਖਾਂ ਕਰੋੜਾਂ ਹੀ ਜੀਵ ਕਹਿ ਰਹੇ ਨੇ ਕਿ ਤੂੰ ਸੱਚ ਹੈ, ਤੂੰ ਸੱਚ ਹੈ। ਸੱਚੇ ਸਭ ਤਾਣ, ਸੱਚੇ ਸਭ ਜੋਰ। हे प्रभु, तेरी जितनी ताकत है, तेरा जितना जोर है, ये भी सच्चा है, सदैवी है, हकीकी है। कई दफा मनुख अपने जोर का प्रगटावा बहुत ज्यादा करता है, पर इतना जोर उसदे कोल होंदा नहीं। अपनी ताकत का प्रगटावा बहुत ज्यादा करता है, पर यह ताकत उसदे कोल होंदी नहीं। कि जे है भी ते अज है ते कल नहीं। हे प्रभु, तेरे ताण, तेरा जोर सदैवी है, हमेशा है, और जितना है उतना भी प्रगटावा नहीं हो रहा। बहुत तेरा जोर है, केता ताण सवालियो रूप। कितना सुंदर स्वरूप है और किन्ना क तेरा ताण है, ये ते प्रभु तू ही जाने। पर जिन्हां कोल कथन दी शक्ति है, जिन्हां कोल सोचण दी शक्ति है, जिन्हां कोल विचारण दी शक्ति है, वो ऐसा कह देंदे ने गावे को ताण होवे किसे ताण। किसे कोल कथन शक्ति है, किसे कोल सोचण दा ताण है, तो वो कह देंदा है हे प्रभु, तू ते एक परम शक्ति है, परम ताण है। पर केता ताण, किन्ना क ताण है, कितनी क शक्ति है, ये नाप तोल गिणती तो परे है। इस वास्ते साहिब कहते तेरा ताण, तेरा जोर सदैवी है, नेचल है, अटल है। इस वास्ते सच्चा है। सच्ची तेरी सिफत सची साला। कंडे नूं फुल कही जाना ये झूठी सिफत है। बदमाश नूं शरीफ कही जाना ये ते झूठी सिफत है। ते झूठी सिफत नूं खुशामद कहंदे ने। बेईमान नूं दानी आखी जाना ये ते झूठी सिफत है। और अक्सर मनुखी दुनिया विच खुशामद ही चलदी है। मनुख दी खुशामद करदा है, क्योंकि मनुख दे कोलों खूबियां नहीं आउंदियां जितने कि खुशामद करन वाले उन्हां खूबियां दा जिक्र कर देंदे ने, उन्हां खूबियां दी गिणती कर देंदे ने। पर हे प्रभु, अगर रूहे जमीन विच मनुख दी रसना तो खुशामद हो ही नहीं सकदी, तो वो केवल तू ही है। क्योंकि तेरी जितनी भी बड़ी गल आखी जाएगी वो छोटी होवेगी। वधा के तेरी गल बयान कीती नहीं जा सकती। गुरु नानक देव जी महाराज ते कहंदे ने, मैं जितनी गल करदा हां, मैं जितनी तेरी सिफत करदा, वो इंज है कि तू सुल्तान कहां हो मियां, तेरी कमन वडाई। तू ते राजा है, शहनशाह है, ते मैं तेनू मियां जी करके बुलावा, ये कोई तेरी वडियाई ते नहीं, ये कोई तेरी सिफत ते नहीं, ये तेरी कोई शोभा ते नहीं। पर तू किन्ना क वड्डा सुल्तान है ये मैनू पता भी नहीं। ते मियां दे नाप डंड मेरे कोल ने, पैमाने मेरे कोल ने। मैं ते इस पैमाने नाल नाप के कहना तू बहुत वड्डा मियां जी है, चौधरी है, जद के तू बादशाहां दा बादशाह है। नहीं खुशामद हो सकती तो केवल परमात्मा दी ही नहीं हो सकती। क्योंकि मनुख जितनी भी वधा के गल बयान करेगा वो वधा के नहीं होएगी, वो छोटी ही साबित होएगी। बहुता कहिए बहुता होए, जितना भी बहुता बहुता उसनू आखिए कि बहुता तेरा ताण है, बहुता तेरा रूप है, बहुता तेरा गुण है, बहुती तेरी कला है,
ਤੇ ਜਿਤਨਾ ਵੀ ਬਹੁਤ ਬਹੁਤ ਆਖੀਏ ਸੰਖਿਆ ਹੋ ਨਹੀਂ ਸਕਦੀ, ਗਿਣਤੀ ਹੋ ਨਹੀਂ ਸਕਦੀ। ਇਸ ਵਾਸਤੇ ਗੁਰੂ ਨਾਨਕ ਨੇ ਤੇ ਕਹਿ ਦਿੱਤਾ ਹੈ, ਅਸੰਖ ਨਾਉ ਅਸੰਖ ਥਾਉ। ਵੀ ਸੰਖਿਆ ਦੇ ਚ ਤੈਨੂੰ ਲਿਆਣਾ ਬੜੀ ਔਖੀ ਗੱਲ ਹੈ, ਗਣਤ ਦੇ ਚ ਤੈਨੂੰ ਲਿਆਣਾ ਬੜੀ ਔਖੀ ਗੱਲ ਹੈ। ਤੋ ਸਾਹਿਬ ਕਹਿੰਦੇ ਨੇ ਤੇਰੀ ਸਿਫਤ ਸਲਾਹ ਸੱਚੀ ਹੈ, ਤੂੰ ਕਿ ਆਪ ਤੂੰ ਸਦੀਵੀ ਤੇ ਹਮੇਸ਼ਾ ਹੈ, ਤੇਰੀ ਸਿਫਤ ਸਲਾਹ ਵੀ ਹਮੇਸ਼ਾ ਹੈ। ਅੱਜ ਜਿਨ੍ਹਾਂ ਦੀ ਸ਼ੋਭਾ ਹੈ, ਕੱਲ ਉਹਨਾਂ ਦਾ ਅਪਜਸ ਹੁੰਦੇ ਅਸੀਂ ਦੇਖਦੇ ਹਾਂ। ਅੱਜ ਜਿਨ੍ਹਾਂ ਦੀ ਸਿਫਤ ਸਲਾਹ ਹੈ, ਕੱਲ ਅਸੀਂ ਉਹਨਾਂ ਦੀ ਨਿੰਦਾ ਹੁੰਦੇ ਦੇਖਦੇ ਹਾਂ। ਪਰ हे ਪ੍ਰਭੂ, ਤੇਰੀ ਨਿੰਦਾ ਹੋ ਹੀ ਨਹੀਂ ਸਕਦੀ। ਨਿੰਦਾ ਝੂਠ ਹੈ ਔਰ ਤੇਰੀ ਜਿਹੜੀ ਸਿਫਤ ਸਲਾਹ ਹੈ ਇਹ ਵੀ ਪੂਰੀ ਹੋ ਨਹੀਂ ਸਕਦੀ। ਇਸ ਵਾਸਤੇ ਤੇਰੀ ਖੁਸ਼ਾਮਦ ਵੀ ਨਹੀਂ ਹੋ ਸਕਦੀ। ਜਿਤਨੀ ਗੱਲ ਵੀ ਆਖੀ ਗਈ ਉਹ ਵੀ ਥੋੜੀ ਹੋਵੇਗੀ। ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। हे ਸੱਚੇ ਪਾਤਸ਼ਾਹ, हे ਸੱਚੇ ਮਾਲਕ, हे ਸੱਚੇ ਸ਼ਹਿਨशाह, ਇਹ ਜਿਹੜੀ ਤੇਰੀ ਕੁਦਰਤ ਹੈ, ਇਹ ਜੋ ਤੇਰੀ ਸਾਜੀ ਹੋਈ ਪ੍ਰਕਿਰਤੀ ਹੈ, ਇਹ ਜੋ ਤੇਰੀ ਕਲਾ ਹੈ, ਇਹ ਵੀ ਸੱਚੀ ਹੈ। ਨਾਨਕ ਸੱਚ ਧਿਆਇਨ ਸੱਚ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਪ੍ਰੇਰਨਾ ਦਿੰਦੇ ਨੇ ਕਿ ਉਹ ਜੋ ਸੱਚ ਹੈ, ਉਸ ਸੱਚ ਦੇ ਵਿੱਚ ਹੀ ਧਿਆਨ ਜੋੜੋ। ਜੋ ਮਰ ਜੰਮੇ, ਜੋ ਜੰਮਦਾ ਹੈ, ਮਰਦਾ ਹੈ, ਜੰਮਦਾ ਹੈ, ਮਰਦਾ ਹੈ, ਤੇ ਉਹਦੇ ਵਿੱਚ ਧਿਆਨ ਜੋੜਦਾ ਹੈ, ਸੋ ਕੱਚ ਨੇ ਕੱਚ, ਉਹ ਕੱਚੇ ਦਾ ਕੱਚਾ ਹੈ, ਉਹ ਝੂਠਾ ਹੈ। ਜੋ ਉਸ ਦੇ ਚ ਧਿਆਨ ਜੋੜਦਾ ਹੈ, ਜੋ ਉਸ ਦੀ ਪ੍ਰਸਤਿਸ਼ ਕਰਦਾ ਹੈ, ਜੋ ਜੰਮਦਾ ਹੈ ਤੇ ਮਰਦਾ ਹੈ, ਅੱਜ ਹੈ ਕੱਲ ਨਹੀਂ, ਐਸਾ ਮਨੁੱਖ ਜੋ ਇਬਾਦਤ ਕਰ ਰਿਹਾ, ਪ੍ਰਸਤਿਸ਼ ਕਰ ਰਿਹਾ, ਉਹ ਤੇ ਕੱਚਾ ਹੈ, ਉਹ ਤੇ ਝੂਠਾ ਹੈ। ਕਿਉਂਕਿ ਉਹਨੂੰ ਸੱਚ ਦੀ ਸਮਝ ਨਹੀਂ, ਉਹਨੂੰ ਸੱਚ ਦਾ ਪਤਾ ਨਹੀਂ, ਉਹ ਤੇ ਛਾਇਆ ਦੇ ਪਿੱਛੇ ਚੱਲ ਪਿਆ ਹੈ। ਦਰਅਸਲ ਜਿਸ ਦੀ ਛਾਇਆ ਹੈ ਉਸ ਦਾ ਇਸ ਨੂੰ ਬੋਧ ਨਹੀਂ। ਅਗਲੇ ਸ਼ਲੋਕ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ, ਵੱਡੀ ਵਡਿਆਈ ਜਾਂ ਵੱਡਾ ਨਾਮ। ਉਸ ਦੀ ਵਡਿਆਈ ਬਹੁਤ ਵੱਡੀ ਹੈ, ਬਹੁਤ ਵੱਡੀ ਹੈ। ਕਿਸ ਕਰਕੇ? ਉਸ ਦਾ ਨਾਮ ਬਹੁਤ ਵੱਡਾ ਹੈ, ਉਹਦੀ ਹਸਤੀ ਬਹੁਤ ਵੱਡੀ ਹੈ। ਕਈ ਦਫਾ ਮਨੁੱਖ ਦਾ ਨਾਮ ਬਹੁਤ ਵੱਡਾ ਹੋ ਜਾਂਦਾ ਹੈ, ਹਸਤੀ ਬਹੁਤ ਵੱਡੀ ਨਹੀਂ ਹੁੰਦੀ, ਕਲਾ ਬਹੁਤ ਵੱਡੀ ਨਹੀਂ, ਨਾਮ ਬਹੁਤ ਵੱਡਾ ਹੈ। ਗੁਣ ਬਹੁਤ ਵੱਡੇ ਨਹੀਂ, ਨਾਮ ਬਹੁਤ ਵੱਡਾ ਹੈ। ਤਾਕਤ ਬਹੁਤ ਵੱਡੀ ਨਹੀਂ, ਨਾਮ ਬਹੁਤ ਵੱਡਾ ਹੈ। ਗਿਆਨ ਬਹੁਤ ਵੱਡਾ ਨਹੀਂ, ਨਾਮ ਬਹੁਤ ਵੱਡਾ ਹੈ। ਲੇਕਿਨ हे ਪ੍ਰਭੂ, ਤੇਰੀ ਵਡਿਆਈ ਬਹੁਤ ਵੱਡੀ ਹੈ, ਬਹੁਤ ਵੱਡੀ ਹੈ। ਇਸ ਵਾਸਤੇ ਤੇਰਾ ਨਾਮ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਤੇਰੀ ਹਸਤੀ ਬਹੁਤ ਵੱਡੀ ਹੈ, ਤੇਰੀ ਵਡਿਆਈ ਬਹੁਤ ਵੱਡੀ ਹੈ। ਇਸ ਵਾਸਤੇ ਇਹ ਸਹੀ ਹੈ, ਇਹ ਸੱਚ ਹੈ ਕਿ ਤੇਰੀ ਵਡਿਆਈ ਹਕੀਕਤ ਦੇ ਵਿੱਚ ਹੀ ਵਡਿਆਈ ਹੈ। ਉਹ ਖੁਸ਼ਾਮਦ ਨਹੀਂ, ਵਧਾ ਕੇ ਗੱਲ ਨਹੀਂ ਆਖੀ ਗਈ, ਘਟਾ ਕੇ ਗੱਲ ਨਹੀਂ ਆਖੀ ਗਈ। ਵੱਡੀ ਵਡਿਆਈ ਜਾਂ ਸੱਚ ਨਿਆਓ, हे ਪ੍ਰਮਾਤਮਾ, ਇਹ ਇੱਕ ਤੇਰੀ ਦੂਜੀ ਬਹੁਤ ਵੱਡੀ ਵਡਿਆਈ ਹੈ ਕਿ ਤੇਰਾ ਨਿਆਉ ਵੀ ਸੱਚ ਤੇ ਖੜਾ ਹੈ। ਤੂੰ ਸੱਚਾ ਨਿਆਉ ਕਰਦਾ ਹੈ। ਅਗਰ ਮਨੁੱਖ ਨੂੰ ਐਸਾ ਅਹਿਸਾਸ ਹੋ ਜਾਏ ਕਿ ਇੱਕ ਐਸੀ ਅਦਾਲਤ ਵੀ ਹੈ ਜਿੱਥੇ ਰਿਸ਼ਵਤ ਨਹੀਂ ਚੱਲ ਸਕਦੀ, ਜਿੱਥੇ ਸੱਚ ਹੈ, ਜਿਸ ਦਾ ਇਨਸਾਫ ਵੀ ਸੱਚਾ ਹੈ, ਅਗਰ ਐਸਾ ਮਨੁੱਖ ਨੂੰ ਬੋਧ ਹੋ ਜਾਏ ਤੇ ਉਸ ਅਦਾਲਤ ਦੇ ਪਹਿ ਦੇ ਮੁਤਾਬਕ ਇਹ ਜੀਵੇ, ਜ਼ਮੀਨ ਦੇ ਉੱਤੇ ਜਿਤਨੀਆਂ ਅਦਾਲਤਾਂ ਨੇ ਸਭ ਦੇ ਬੂਹੇ ਬੰਦ ਕਰਨੇ ਪੈਣਗੇ, ਲੋੜ ਵੀ ਨਹੀਂ ਇਹਨਾਂ ਨੇ। ਕਿਉਂਕਿ ਐਸੇ ਬੰਦੇ ਨੂੰ ਰੱਬੀ ਨਿਯਮ ਦੀ ਸਮਝ ਆ ਗਈ, ਰੱਬੀ ਕਾਨੂੰਨ ਦੀ ਸਮਝ ਆ ਗਈ। ਤੇ ਜਿਸ ਨੂੰ ਰੱਬੀ ਕਾਨੂੰਨ ਦੀ ਸਮਝ ਆ ਗਈ, ਰੱਬ ਦੇ ਕਾਨੂੰਨ ਦੇ ਵਿੱਚ ਇਹ ਹੈ ਕਿ ਨਾ ਤੂੰ ਕਿਸੇ ਨੂੰ ਦੁੱਖ ਦੇ ਤੇ ਨਾ ਖੁਦ ਦੁਖੀ ਹੋ। ਕਿਉਂਕਿ ਦੂਜੇ ਨੂੰ ਦੁੱਖ ਦੇਵੇਂਗਾ, ਪਲਟ ਕੇ ਦੁੱਖ ਵਾਪਸ ਆਏਗਾ। ਦੂਜੇ ਨੂੰ ਕਲੇਸ਼ ਦੇਵੇਂਗਾ, ਪਲਟ ਕੇ ਕਲੇਸ਼ ਵਾਪਸ ਆਵੇਗਾ। ਦੂਜੇ ਨੂੰ ਤੂੰ ਛੱਲੇਗਾ, ਲਾਜ਼ਮੀ ਤੂੰ ਵੀ ਛੱਲਿਆ ਜਾਏਗਾ। ਦੂਜੇ ਨੂੰ ਤੂੰ ਧੋਖਾ ਦੇਵੇਂਗਾ, ਬਚ ਤੂੰ ਵੀ ਨਹੀਂ ਸਕੇਗਾ। ਇਹ ਤੇ ਰੱਬ ਦਾ ਇੱਕ ਸੱਚਾ ਨਿਆਂ ਹੈ। ਤੇ ਇਸ ਸੱਚੇ ਨਿਆਂ ਦਾ ਜੇ ਕਿਸੇ ਨੂੰ ਪਤਾ ਚੱਲ ਜਾਏ ਤੇ ਫਿਰ ਉਸ ਨਿਯਮ ਦੀ ਉਲੰਘਣਾ ਨਹੀਂ ਕਰਦਾ। ਤੇ ਜਦੋਂ ਇਸ ਨਿਯਮ ਦੀ ਉਲੰਘਣਾ ਹੀ ਨਹੀਂ ਕਰਦਾ ਤਾਂ ਫਿਰ ਸੰਸਾਰ ਦੀਆਂ ਸਾਰੀਆਂ ਅਦਾਲਤਾਂ ਦੇ ਬੂਹੇ ਬੰਦ ਕਰਨੇ ਪੈਣਗੇ। ਕੇਵਲ ਉਹੀ ਨਿਆਂਕਾਰੀ ਪਰਮਾਤਮਾ ਦਾ ਹੀ ਬੂਹਾ ਖੁੱਲਾ ਰਹੇਗਾ। ਖੁੱਲਾ ਤੇ ਹੁਣ ਵੀ ਹੈ, ਲੇਕਿਨ ਇਸ ਅਦਾਲਤ ਦਾ ਕੋਈ ਪਹਿ ਨਹੀਂ ਮੰਨਦਾ, ਜਦ ਕਿ ਇਸ ਅਦਾਲਤ ਦੇ ਹੀ ਨਿਯਮ ਕੰਮ ਕਰ ਰਹੇ ਨੇ। ਐ ਬੰਦੇ, ਤੂੰ ਜੋ ਕੁਝ ਜਗਤ ਨੂੰ ਦੇਵੇਂਗਾ, ਪਲਟ ਕੇ ਉਹੀ ਕੁਝ ਤੇਰੀ ਝੋਲੀ 'ਚ ਵਾਪਸ ਆਵੇਗਾ। ਇਹ ਅਟਲ ਨਿਯਮ,
ਚੱਲ ਰਿਹਾ ਹੈ ਔਰ ਇਸ ਨੂੰ ਤੂੰ ਆਪਣੀ ਸਿਆਣਪ ਨਾਲ, ਆਪਣੀ ਚਤੁਰਾਈ ਨਾਲ ਤੋੜ ਨਹੀਂ ਸਕਦਾ, ਮਰੋੜ ਨਹੀਂ ਸਕਦਾ। ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਜਾਂ ਨਿਹਚਲ ਥਾਉ। ਤੇਰੀ ਬਹੁਤ ਵਡਿਆਈ ਵੱਡੀ ਹੈ, ਅਪਾਰ ਮਹਿਮਾ ਹੈ, ਕਿਉਂਕਿ ਤੇਰਾ ਟਿਕਾਣਾ ਵੱਡਾ ਹੈ, ਅਸਥਿਰ ਹੈ, ਨਿਹਚਲ ਹੈ, ਟਿਕਿਆ ਹੋਇਆ ਹੈ। ਤੇ ਸਾਡੀ ਹਾਲਤ ਇਹ ਹੈ, ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਜਿਸ ਸਿੰਘਾਸਣ ਤੇ ਅਸੀਂ ਬੈਠੇ ਹਾਂ, ਸਾਥੋਂ ਪਹਿਲੇ ਬਾਬੇ ਫਰੀਦ ਦੇ ਕਥਨ ਅਨੁਸਾਰ ਪਤਾ ਨਹੀਂ ਕਿਤਨੇ ਬੈਠ ਚੁੱਕੇ ਨੇ। ਇੱਕ ਆਲਮ ਨੇ ਐਸਾ ਆਖਿਆ ਕਿ ਇੱਕ ਮਨੁੱਖ ਜਿੱਥੇ ਖੜਾ ਹੈ, ਉਹ ਲੱਖਾਂ ਮਨੁੱਖਾਂ ਦੀ ਕਬਰਾਂ ਤੇ ਹੀ ਖੜਾ ਹੈ। ਪਤਾ ਨਹੀਂ ਕਿਤਨੇ ਮੁਰਦਿਆਂ ਦੀ ਖਾਕ, ਪਤਾ ਨਹੀਂ ਕਿਤਨੇ ਮਨੁੱਖ ਮਿੱਟੀ ਦੇ ਵਿੱਚ ਮਿੱਟੀ ਹੋ ਚੁੱਕੇ ਨੇ। ਹਰ ਬੰਦਾ ਜਿੱਥੇ ਖੜਾ ਹੈ, ਉੱਥੇ ਲੱਖਾਂ ਹੀ ਬੰਦਿਆਂ ਦੀ ਖਾਕ ਉਹਦੇ ਪੈਰਾਂ ਦੇ ਥੱਲੇ ਹੈ। ਸਾਡਾ ਟਿਕਾਣਾ ਨੇ ਚੱਲਣੀ। ਅਸੀਂ ਜਿੱਥੇ ਰਹਿੰਦੇ ਪਿਆ, ਸਾਥੋਂ ਪਹਿਲੇ ਕੋਈ ਹੋਰ ਰਹਿ ਚੁੱਕਿਆ ਹੈ, ਉਸ ਤੋਂ ਪਹਿਲੇ ਕੋਈ ਹੋਰ ਰਹਿ ਚੁੱਕਿਆ ਹੈ, ਉਸ ਤੋਂ ਪਹਿਲੇ ਕੋਈ ਹੋਰ ਰਹਿ ਚੁੱਕਿਆ ਹੈ। ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, हे परिपूर्ण परमात्मा, चूंकि तेरा अस्थान नेचल है, तेरा टिकाणा नेचल है, इस वास्ते तेरी वडियाई नेचल है। वडी वडियाई जा नेचल थाम, वडी वडियाई जाने आलाओ। जीव की आख रहे ने, जीव की बोल रहे ने, तू सारियां दी जानदा है, सारियां दी जानदा है। बल्कि ऐसा भी है कि तू भाषा खामोशी दी भी जानना है, कोई अंदरों की बोल रहा है। जरूरी नहीं कि कोई शब्दां नाल की बोल रहा है, कोई जबान नाल की बोल रहा है, बल्कि तू बहुत गहरा जानना है उहदे भाव की बोल रहे ने, उहदी अंतर आत्मा की बोल रही है। वडी वडियाई जाने आलाओ, हाथी की चंगाड़ पल पाछे पहुंचे ताएं, चीटी की पुकार पहले ही सुनियत है। तू ऐसे तिखे कन रखना है कि तू कीटी दी फरियाद पहले सुन लेना है, हाथी दी पुकार नालों भी। इतने तिखी तेरी स्रोत है, इतने तिखे तेरे कन है। वडी वडियाई बुझै सब भाव, तेरी वडियाई बहुत वड्डी है, बहुत वड्डी है। तू हर तरह के भाव नूं बुझदा है। इहदी भावना की है, उसकी भावना की है, उसके अंदर कितना प्यार है, उसके अंदर कितनी श्रद्धा है, तू अंदर दी सारियां दी जानना है। घट घट के अंतर की जानत, भले बुरे की पीर पछानत। तू ते सारियां दे घट दी जानना है। भाई गुरदास जी एक थां ते कहंदे ने, अंतर जामी सुन कंपत हूं अंतरगत। हे प्रभु, जद मैं सुनदा कि तू अंदर दी जानन वाला है, हर एक दी अंदर नूं तू सूझ-बूझ रखदा है ते हर एक दे अंदर तू झात मारदा है। मैं कंब जाना, कंबड़ी छिड़ जांदी है। फिर ते मेरे अंदर जिहड़े फुरने चलदे ने वो भी तू जानदा होवेगा, ते मनुख दे अंदर जिहड़े विचार ते फुरने चलदे ने वो बहुते ठीक नहीं होंदे, माड़े ही होंदे ने, गंदे ही होंदे ने। तो भाई साहब जी कहंदे मैनूं कंबड़ी छिड़ जांदी है कि जद मैं देखदा कि तू ते अंदर दे विचार भी पढ़ लेना है। अंतर जामी सुन कंपत हो अंतरगत, पतत पावन सुन आसरो उर्धार हो। पर एक आशा, एक ओट लेके आ जाना तेरे दर ते कि तू पतत पावन भी है, तू नजर अंदाज भी कर देना है, तू गुनाहां ते पर्दा भी पा देना है। तू ऐसा पुरख है, तू ऐसा सच्चा बख्शिंद है कि जैसे गंदगी दे च लिबड़े हुए बच्चे नूं ममता दी मारी हुई मां गलवकड़ी च लै लैंदी है। हे प्रभु, दया तेरा सुभाव है। कोई गंदा जीव भी तेरे दर ते पुकार करे ते आवे, तू उन्होंने गलवकड़ी च लै लेना है, तू अपने कोल उसनूं थां देना है। तो तू सारियां दे भाव, सारियां दी श्रद्धा नूं बुझण वाला है। वड्डी वडियाई जा पुछ ना दात, तेरी वडियाई ये भी बहुत वड्डी है कि जद तू किसी नूं कुछ देना है तां दूजे तीजे चौथे पंजवें कोल तैनूं पुछण दी लोड़ नहीं, मैं ये दे दियां कि नहीं। कई दफा पिता पुत्रां तो पुछदा है, ये चीज मैं फलाणे नूं दे दियां कि नहीं।
कई दफा पुत्र पुछदे ने ऐ दे दईए कि नहीं। राजा अपने महतेहत हुक्मराना तो पुछदा है, सलाह मशवरा करदा है, ऐ चीज प्रजा नूं दे दईए कि ना, ऐ वस्तु फलाणे नूं दे दईए कि ना। पुछना मनुखी दुनिया च चलदा है। पति पत्नी तो पुछ के चलदा है और पत्नी पति नूं पुछ लैंदी है कि ये मैं दें कि ना दें। हे प्रभु, ये तेरी वडियाई बहुत वड्डी अजीम महान है कि तू दात देन लग्या किसी कोल सलाह मशवरा नहीं करदा, सीधी ही दात तू वंडदा है, आप वंडदा है। वड्डी वडियाई जां आपे आप, ये भी तेरी वडियाई बहुत वड्डी है कि सब कुछ तू आप ही वंडदा है, आप ही करदा है, ते हर थां ते आप ही आप है, तैथों बिना होर कोई दूजा नहीं। नानक कार न कथनी जाए। हे प्रभु, तेरी जितनी कार है, जो तेरे कम ने, वो कथन विच नहीं आउंदे, वो मैं बयान नहीं कर सकदा कि तू किन्ना क बनाया है, तू किन्नी सिरजना कीती है, ते तू की दे रहे हैं, ते तू किन्ना क वड्डा इंसाफ कर रहे हैं, कितनी वड्डी दात दे रहे हैं। दरअसल हे प्रभु, ये मेरे कथन दे च नहीं आउंदे, ये ते मैं बयान नहीं कर सकदा। नानक कार न कथनी जाए, कीता करना सर्व रजाए। जो कुछ भी हो रहा है, जो कुछ भी कीता जा रहा है, सब तेरी रजा दे च है, सब तेरे हुक्म दे च है, सब तेरे भाणे दे च है। इस वास्ते सही मैने दा भगत ओही है जो तेरी रजा नू समझ जाए, जो तेरे भाणे नू समझ जाए। कहो नानक जिन हुक्म पछाता, प्रभ साहिब का तिन भेद जाता। वास्तविक भेद उसने जान लिया, वास्तविक भेद राज उसने समझ लिया, जिसने तेरे हुक्म नू समझ लिया। ते तेरा हुक्म की है? दरअसल तेरा हुक्म जो कुछ भी होया है, जो कुछ भी कीता जा रहा है, जो कुछ भी बने हैं, ये सब तेरा हुक्म है और तेरी बनावट है, और ये सच्ची है। तेरी देन सच्ची, तेरी बनावट सच्ची। इसनू जेड़ा समझ जांदा है, दरअसल वो सच दे नेड़े हो जाता है, सच दी नीमतां दा आनंद माणदा है। तो साहिब श्री गुरु नानक देव जी महाराज इस दूसरे श्लोक दे फरमान करते ने, नानक कार न कथनी जाए, कीता करना सर्व रजाए। दरअसल सब कुछ उस दी रजा दे च है, ते मनुख दा हुण फर्ज हो जाता है उस दी रजा नू मनना। हुक्म रजाई चलना, नानक लिखिया नाल। जो हुक्म नाल लिखिया होया है, जो हुक्म हर जीव ते है, भाव जो उसकी देन, जो उसकी बनावट है और जिस ढंग दी है, इनू कबूल कर लेना, उन्हें खिड़े मत्थे तस्लीम कर लेना, ये उसकी रजा नू मनना है। ते जिहड़ा उसकी रजा दे च राजी है, दरअसल परमात्मा उसते राजी हो जाता है। ईश्वर अकाल पुरख उसते राजी हो जाता है। ते जिसते ईश्वर राजी हो गया, समझ लो उसते जहान राजी हो गया। गुरु नानक देव जी महाराज दा फरमान, एक सज्जन सब सज्जना, एक वैरी सब बाद। जे एक सज्जन बन गया तो सारा संसार सज्जन बन गया, ते जे एक नाल कोई संबंध नहीं तो फिर जगत दे जर्रे जर्रे नाल संबंध टुटिया होया है, ते गलियां दे कख भी फिर जो है वैरी ने। तो जिहड़ा उसकी रजा दे च चलदा है, परमात्मा उसते राजी हो जाता है, ते परमात्मा जिसते राजी हो जाता है, वो माला माल हो जाता है, वो खुशहाल हो जाता है, और वो दुनिया का अजीम तरीन मनुख बन जाता है। अगला श्लोक गुरु अंगद देव जी महाराज का है, और वो इस तरह फरमान करते हैं।